इस वीडियो में देख रहे सारे दर्शकों ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸੀ ਪ੍ਰੋਗਰਾਮ ਦੀ ਸਟਰਕਚਰ ਬਾਰੇ ਦੇਖਾਂਗੇ ਕਿ ਉਸ ਦੀ ਸਟਰਕਚਰ ਵਿੱਚ ਕੀ ਕੁਝ ਹੁੰਦਾ ਹੈ, ਸੀ ਪ੍ਰੋਗਰਾਮ ਕਿਵੇਂ ਲਿਖਿਆ ਜਾਂਦਾ ਹੈ ਤੇ ਵੇਰੀਏਬਲਸ ਕੀ ਹੁੰਦੇ ਨੇ, ਆਇਡੈਂਟੀਫਾਇਰਸ ਕੀ ਹੁੰਦੀਆਂ ਨੇ ਤੇ ਡੇਟਾ ਟਾਈਪਸ ਸੀ ਵਿੱਚ ਕਿਹੜੀਆਂ ਡੇਟਾ ਟਾਈਪਸ ਹੁੰਦੀਆਂ ਨੇ। ਚਲੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੇ ਸੀ ਪ੍ਰੋਗਰਾਮ ਤੋਂ। ਇਹ ਸਭ ਤੋਂ ਪਹਿਲਾ ਪ੍ਰੋਗਰਾਮ ਜਿਵੇਂ ਆਪਾਂ ਸਭ ਤੋਂ ਪਹਿਲਾਂ ਲਿਖਦੇ ਹਾਂ ਸਿੰਪਲੈਸਟ ਸੀ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਹੈਸ਼ ਇਨਕਲੂਡ ਸਟੱਡੀ ਡੋਟ, ਜਿਵੇਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਹੈਸ਼ ਇਨਕਲੂਡ ਸਟੱਡੀ ਡੋਟ ਐਚ ਇੱਕ ਹੈਡਰ ਫਾਈਲ ਆਈ ਹੈ। ਫਿਰ ਉਸ ਤੋਂ ਬਾਅਦ ਆਪਣਾ ਇੱਕ ਮੇਨ ਫੰਕਸ਼ਨ ਹੈ ਜਿਸ ਦੇ ਵਿੱਚ ਆਪਾਂ ਪ੍ਰਿੰਟ ਐਫ ਸਟੇਟਮੈਂਟ ਲਿਖੀ ਹੈ ਅਤੇ ਲਾਸਟ ਵਿੱਚ ਰਿਟਰਨ 0 ਲਿਖਿਆ ਹੈ। ਇਹਨੂੰ ਰਿਟਰਨ ਡੇਟਾ ਟਾਈਪ ਕਹਿੰਦੇ ਨੇ, ਜੋ ਕਿਸੇ ਫੰਕਸ਼ਨ ਦੇ ਵਿੱਚ ਆਪਾਂ ਰਿਟਰਨ ਕਰਾਉਂਦੇ ਹਾਂ। ਸੀ ਦੇ ਵਿੱਚ ਮੇਨ ਫੰਕਸ਼ਨ ਇੱਕ ਸਟਾਰਟਿੰਗ ਇਨੀਸ਼ੀਅਲ ਪੁਆਇੰਟ ਹੁੰਦਾ ਹੈ ਜਿਸ ਦੇ ਵਿੱਚ ਪ੍ਰੋਗਰਾਮ ਸਟਾਰਟ ਹੁੰਦਾ ਹੈ। ਜਦੋਂ ਵੀ ਕੰਪਾਈਲਰ ਪ੍ਰੋਗਰਾਮ ਸਟਾਰਟ ਕਰਦਾ ਸਭ ਤੋਂ ਪਹਿਲਾਂ ਮੇਨ ਫੰਕਸ਼ਨ ਦੇਖਦਾ, ਉੱਥੋਂ ਹੀ ਪ੍ਰੋਗਰਾਮ ਸਟਾਰਟ ਕਰਦਾ। ਜਿਵੇਂ ਆਪਾਂ ਅਗਲੀ ਸਲਾਈਡ ਵਿੱਚ ਦੇਖਦੇ ਹਾਂ ਕਿ ਹੈਸ਼ ਇਨਕਲੂਡ ਜਿਹੜਾ ਪ੍ਰੀ ਪ੍ਰੋਸੈਸਰ ਡਾਇਰੈਕਟਿਵ ਹੈ ਉਹ ਕੀ ਚੀਜ਼ ਹੈ। ਹੈਸ਼ ਇਨਕਲੂਡ ਦੇ ਨਾਲ ਆਪਾਂ ਜੋ ਆਲਰੇਡੀ ਹੈਡਰ ਫਾਈਲਸ ਬਣੀਆਂ ਹੁੰਦੀਆਂ ਨੇ ਉਸ ਦੇ ਵਿੱਚ ਕੁਝ ਫੰਕਸ਼ਨਸ ਹੁੰਦੇ ਨੇ ਜਿਹੜੇ ਆਪਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਯੂਜ਼ ਕਰਨੇ ਹੁੰਦੇ ਆ। ਇਸ ਕਰਕੇ ਆਪਾਂ ਕੋਈ ਵੀ ਹੈਡਰ ਫਾਈਲ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਸਟਾਰਟਿੰਗ ਵਿੱਚ ਲਿਖਦੇ ਹਾਂ। ਇਹ ਹੈਡਰ ਫਾਈਲਸ ਅਲੱਗ-ਅਲੱਗ ਤਰ੍ਹਾਂ ਦੀਆਂ ਹੋਈਆਂ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਟੂਡੀਓ ਡੋਟ ਐਚ, ਜਿਹਨੂੰ ਸਟੈਂਡਰਡ ਐਂਡ ਇਨਪੁਟ ਆਊਟਪੁੱਟ ਹੈਡਰ ਫਾਈਲ ਵੀ ਕਿਹਾ ਜਾਂਦਾ ਹੈ। ਇੱਕ ਕੋਨੀਓ ਡੋਟ ਹੁੰਦੇ ਜਿਹਨੂੰ ਕੰਸੋਲ ਇਨਪੁਟ ਆਊਟਪੁੱਟ ਫਾਈਲ ਕਿਹਾ ਜਾਂਦਾ ਹੈ। ਇਹ ਹੈਡਰ ਫਾਈਲ ਦੇ ਵਿੱਚ ਕਾਫੀ ਕੁਝ ਫੰਕਸ਼ਨ ਹੁੰਦੇ ਨੇ, ਜਿਵੇਂ ਤੁਸੀਂ ਪ੍ਰੋਗਰਾਮ ਦੇ ਵਿੱਚ ਦੇਖਿਆ ਸੀ ਪ੍ਰਿੰਟ ਐਫ ਫੰਕਸ਼ਨ, ਉਹ ਇਸ ਹੈਡਰ ਫਾਈਲ ਦੇ ਵਿੱਚ ਹੀ ਹੁੰਦਾ ਹੈ, ਸਟੈਂਡਰਡ ਇਨਪੁਟ ਆਊਟਪੁੱਟ ਫਾਈਲ ਦੇ ਵਿੱਚ। ਇਹਨਾਂ ਨੂੰ ਆਪਾਂ ਪ੍ਰੀ ਪ੍ਰੋਸੈਸਰ ਡਾਇਰੈਕਟਿਵਸ ਕਹਿੰਦੇ ਆ। ਇਹ ਆਲਰੇਡੀ ਕੁਝ ਫੰਕਸ਼ਨਸ ਸੀ ਕੰਪਾਈਲਰ ਦੁਆਰਾ ਸੀ ਲੈਂਗੁਏਜ ਦੁਆਰਾ ਪ੍ਰੋਵਾਈਡ ਕੀਤੇ ਜਾਂਦੇ ਆ, ਜਿਹੜੇ ਆਪਾਂ ਡਾਇਰੈਕਟਲੀ ਯੂਜ਼ ਕਰਕੇ ਉਹਨਾਂ ਨੂੰ ਆਊਟਪੁੱਟ ਲੈ ਸਕਦੇ ਹਾਂ। ਇਹ ਆਪਾਂ ਡਾਇਰੈਕਟਲੀ ਯੂਜ਼ ਕਿਉਂ ਕਰਦੇ ਹਾਂ? ਸਭ ਤੋਂ ਮੇਨ ਰੀਜ਼ਨ ਹੈ ਇਹਨਾਂ ਨੂੰ ਯੂਜ਼ ਕਰਨ ਦਾ ਕਿ ਜੋ ਵੀ ਪਹਿਲਾ ਫੰਕਸ਼ਨ ਆਪਾਂ ਨੇ ਤਿਆਰ ਕੀਤੇ ਹੋਏ ਨੇ ਆਪਾਂ ਆਪਣੀ ਹੈਡਰ ਫਾਈਲਸ ਵੀ ਬਣਾ ਸਕਦੇ ਹਾਂ, ਉਸ ਨੂੰ ਕਿਸੇ ਹੋਰ ਫਾਈਲ ਦੇ ਵਿੱਚ ਇਨਕਲੂਡ ਕਰਕੇ ਉੱਥੇ ਉਹਨਾਂ ਨੂੰ ਉਹੀ ਫੰਕਸ਼ਨ ਨੂੰ ਯੂਜ਼ ਕਰ ਸਕਦੇ ਹਾਂ। ਇਹਦਾ ਮੇਨ ਕੰਸੈਪਟ ਹੈ ਰੀਯੂਜ਼ੇਬਿਲਿਟੀ ਦਾ। ਜਿਹੜੇ ਫੰਕਸ਼ਨ ਆਪਾਂ ਨੇ ਪਹਿਲਾਂ ਲਿਖੇ ਹੋਏ ਆ ਉਹਨਾਂ ਨੂੰ ਦੁਬਾਰਾ ਲਿਖਣ ਦੀ ਲੋੜ ਨਾ ਪਵੇ, ਆਪਾਂ ਉਹਨਾਂ ਨੂੰ ਉਸ ਫਾਈਲਸ ਦੇ ਵਿੱਚ ਯੂਜ਼ ਕਰਕੇ ਆਪਣੇ ਪ੍ਰੋਗਰਾਮ ਦੇ ਵਿੱਚ ਇਨਕਲੂਡ ਕਰ ਸਕਦੇ ਹਾਂ। ਡਿਫਾਈਨਿੰਗ ਮੇਨ ਫੰਕਸ਼ਨ ਕੀ ਹੁੰਦਾ? ਜਦੋਂ ਵੀ ਪ੍ਰੋਗਰਾਮ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਦੋਂ ਵੀ ਪ੍ਰੋਗਰਾਮ ਸਟਾਰਟ ਹੁੰਦਾ ਸੀ ਦਾ ਤਾਂ ਸਭ ਤੋਂ ਪਹਿਲਾਂ ਮੇਨ ਫੰਕਸ਼ਨ ਹੀ ਕੋਲ ਹੁੰਦਾ ਹੈ। ਜਦੋਂ ਮੇਨ ਫੰਕਸ਼ਨ ਕੋਲ ਹੁੰਦਾ ਉਸ ਦੇ ਵਿੱਚ ਜੋ ਵੀ ਸਟੇਟਮੈਂਟਸ ਹੁੰਦੀਆਂ ਉਹ ਅਕੋਰਡਿੰਗਲੀ ਜਿਵੇਂ ਫਲੋ ਹੁੰਦਾ ਪ੍ਰੋਗਰਾਮ ਦਾ ਉਸ ਦੇ ਅਕੋਰਡਿੰਗਲੀ ਐਗਜ਼ੀਕਿਊਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਸੀਂ ਬੇਸਿਕ ਸਟਰਕਚਰ ਆਫ ਸੀ ਪ੍ਰੋਗਰਾਮ ਦੇ ਸਕਦੇ ਹੋ ਕਿ ਪਹਿਲਾਂ ਆਪਾਂ ਪ੍ਰੀ ਪ੍ਰੋਸੈਸਰ ਡਾਇਰੈਕਟਿਵ ਇਨਕਲੂਡ ਕਰਦੇ ਹਾਂ ਹੈਸ਼ ਇਨਕਲੂਡ ਨਾਲ, ਫਿਰ ਆਪਾਂ ਮੇਨ ਫੰਕਸ਼ਨ ਲਿਖਦੇ ਹਾਂ। ਉਸ ਮੇਨ ਫੰਕਸ਼ਨ ਦੇ ਵਿੱਚ ਆਪਾਂ ਇੱਕ ਮੇਨ ਬਲੋਕ ਬਣਦਾ ਹੈ ਜਿਹਦੇ ਵਿੱਚ ਆਪਾਂ ਪਹਿਲਾਂ ਡਿਕਲੇਰੇਸ਼ਨ ਦਿੰਦੇ ਹਾਂ, ਫਿਰ ਉਸ ਦੇ ਵਿੱਚ ਜੋ ਵੀ ਕੰਮ ਕਰਨਾ ਆਪਾਂ ਨੇ ਮੇਨ ਫੰਕਸ਼ਨ ਦੀ ਉਸ ਦੀ ਬੋਡੀ ਦਿੰਦੇ ਹਾਂ ਅਤੇ ਲਾਸਟ 'ਤੇ ਆਪਾਂ ਰਿਟਰਨ 0 ਲਿਖਦੇ ਹਾਂ, ਕਿਉਂਕਿ ਇਹਦੀ ਰਿਟਰਨ ਡੇਟਾ ਟਾਈਪ ਜੋ ਆਪਾਂ ਨੇ ਇੰਟ ਮੇਨ ਲਿਖਿਆ ਹੋਇਆ ਹੈ। ਇਸ ਕਰਕੇ ਆਪਾਂ ਵੈਸੇ ਤਾਂ ਕੋਈ ਵੀ ਕੰਪਾਈਲਰ ਨੂੰ ਕੁਛ ਰਿਟਰਨ ਨਹੀਂ ਕਰਾਣੇ, ਆਪਾਂ ਰਿਟਰਨ 0 ਇਸ ਕਰਕੇ ਕਰ ਰਹੇ ਕਿ ਐਗਜ਼ੀਕਿਊਸ਼ਨ ਪ੍ਰੋਪਰ ਤਰੀਕੇ ਨਾਲ ਹੋ ਚੁੱਕੀ ਹੈ। ਲਾਸਟ ਲਾਈਨ 'ਤੇ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਹੋ ਚੁੱਕੀ ਹੈ, ਜਿਸ ਨਾਲ ਕੰਪਾਈਲਰ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਰਾ ਐਗਜ਼ੀਕਿਊਸ਼ਨ ਸਹੀ ਹੈ ਤਾਂ ਆਊਟਪੁੱਟ ਆਪਣੇ ਕੋਲ ਸਹੀ ਤਰੀਕੇ ਨਾਲ ਆਉਂਦੀ ਹੈ। ਕਮੈਂਟਸ ਕਿਉਂ ਯੂਜ਼ ਕਰਦੇ ਹਾਂ ਆਪਾਂ? ਕਮੈਂਟਸ ਹਮੇਸ਼ਾ ਆਪਾਂ ਇਸ /* ਅਤੇ ਉਹਦੇ ਵਿੱਚ ਕੁਝ ਕਮੈਂਟ ਲਿਖਦੇ ਹਾਂ, ਫਿਰ ਸਟਾਰ ਤੋਂ ਬਾਅਦ // ਪਾਉਂਦੇ ਹਾਂ, ਇਹਦੇ ਨਾਲ ਕਮੈਂਟ ਬੰਦ ਹੋ ਜਾਂਦਾ ਹੈ। ਇਸ ਕਮੈਂਟ ਵਿੱਚ ਜੋ ਵੀ ਲਿਖਿਆ ਹੁੰਦਾ ਉਹ ਕੰਪਾਈਲਰ ਦੁਆਰਾ ਇਗਨੋਰ ਕੀਤਾ ਜਾਂਦਾ ਹੈ। ਇਹ ਸਿਰਫ ਆਪਣੇ ਫਿਊਚਰ ਰੈਫਰੈਂਸ ਲਈ ਹੁੰਦਾ ਹੈ ਜਾਂ ਪ੍ਰੋਗਰਾਮ ਨੂੰ ਡੀਬੱਗ ਕਰਨ ਲਈ ਹੈ। ਇਸ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਫੰਕਸ਼ਨ ਕੀ ਕੰਮ ਕਰਦਾ ਹੈ ਅਤੇ ਉਸਦੀ ਡਿਸਕ੍ਰਿਪਸ਼ਨ ਕੀ ਹੈ। ਇਸ ਚੀਜ਼ ਨੂੰ ਆਪਾਂ ਨੂੰ ਜਾਣਨ ਵਾਸਤੇ ਆਪਾਂ ਕਮੈਂਟਸ ਲਿਖਦੇ ਹਾਂ। ਇਸ ਤੋਂ ਬਾਅਦ ਕੁਛ ਆਪਾਂ ਕੀਵਰਡਸ ਦੇਖਾਂਗੇ। ਸੀ ਲੈਂਗੁਏਜ ਦੇ ਵਿੱਚ ਕੁਛ ਕੀਵਰਡਸ ਨੇ ਜਿਹੜੇ ਆਲਰੇਡੀ ਪ੍ਰੋਵਾਈਡ ਕੀਤੇ ਗਏ ਨੇ। ਇਹਨਾਂ ਦਾ ਆਪਣਾ ਆਪਣਾ ਫੰਕਸ਼ਨ ਹੈ, ਆਪਣਾ ਆਪਣਾ ਕੰਮ ਹੈ, ਇਹਨਾਂ ਨੂੰ ਆਪਾਂ ਲੈਂਗੁਏਜ ਦੇ ਵਿੱਚ ਯੂਜ਼ ਕਰਦੇ ਹਾਂ। ਇਹ 32 ਤਰ੍ਹਾਂ ਦੇ ਕੀਵਰਡ ਨੇ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਇਹ ਸਾਰੇ ਲੋਅਰ ਕੇਸ ਦੇ ਵਿੱਚ ਹੁੰਦੇ ਨੇ। ਸੀ ਜਿਹੜੀ ਲੈਂਗੁਏਜ ਹੈ ਕੇਸ ਸੈਂਸਿਟਿਵ ਲੈਂਗੁਏਜ ਵੀ ਕਿਹਾ ਜਾਂਦਾ ਹੈ ਕਿ ਅਗਰ ਲੋਅਰ ਕੇਸ ਦੇ ਵਿੱਚ ਹੈ ਤਾਂ ਡਿਫਰੈਂਟ ਕੀਵਰਡ ਮੰਨਿਆ ਜਾਊਗਾ, ਤਾਂ ਜੇ ਕੋਈ ਅੱਪਰ ਕੇਸ ਦੇ ਵਿੱਚ ਹੈ ਤਾਂ ਉਹਨੂੰ ਡਿਫਰੈਂਟ ਤਰੀਕੇ ਨਾਲ ਟਰੀਟ ਕੀਤਾ ਜਾਊਗਾ। ਜੇ ਤੁਸੀਂ ਕੀਵਰਡ ਅੱਪਰ ਕੇਸ ਦੇ ਵਿੱਚ ਲਿਖਦੇ ਹੋ ਤਾਂ ਕੰਪਾਈਲਰ ਉਹਨੂੰ ਰੀਡ ਨਹੀਂ ਕਰੂਗਾ, ਉਹ ਤੁਹਾਡਾ ਕੋਈ ਲਿਖਿਆ ਹੋਇਆ ਵੇਰੀਏਬਲ ਮੰਨੂਗਾ ਉਸ ਨੂੰ। ਇਹਨਾਂ ਨੂੰ ਆਪਾਂ ਕੀਵਰਡ ਕਹਿੰਦੇ ਹਾਂ। ਜਿਹੜੇ ਵੀ ਇਹ ਸੀ ਲੈਂਗੁਏਜ ਦੁਆਰਾ ਰਿਜ਼ਰਵਡ ਕੀਵਰਡ ਹੈ, ਇਹਨਾਂ ਕੀਵਰਡ ਨੂੰ ਆਪਾਂ ਐਜ਼ ਅ ਵੇਰੀਏਬਲ ਨੇਮ ਵੀ ਨਹੀਂ ਯੂਜ਼ ਕਰ ਸਕਦੇ। ਹੁਣ ਆਇਡੈਂਟੀਫਾਇਰਸ ਐਂਡ ਵੇਰੀਏਬਲਸ, ਜੋ ਤੁਹਾਨੂੰ ਇਸ ਤੋਂ ਪਹਿਲਾਂ ਮੈंने ਵੇਰੀਏਬਲਸ ਦੀ ਗੱਲ ਕੀਤੀ ਸੀ ਕਿ ਵੇਰੀਏਬਲਸ ਦੇ ਤੌਰ 'ਤੇ ਨਹੀਂ ਯੂਜ਼ ਕਰ ਸਕਦੇ। ਵੇਰੀਏਬਲਸ ਕੀ ਹੁੰਦੇ ਹੈ
ਇਸ ਦੇ ਵਿੱਚ ਆਪਾਂ ਕੋਈ ਵੀ ਤਰ੍ਹਾਂ ਡਾਟਾ ਸਟੋਰ ਕਰਦੇ ਹਾਂ ਜੋ ਆਪਣੀ ਸੀ ਲੈਂਗੁਏਜ ਦੇ ਵਿੱਚ ਡੇਟਾ ਟਾਈਪਸ ਨੇ, ਉਸ ਡੇਟਾ ਟਾਈਪਸ ਦੇ ਵੇਰੀਏਬਲਸ ਬਣਾਉਂਦੇ ਨੇ ਅਤੇ ਉਹਦੇ ਵਿੱਚ ਆਪਾਂ ਡਾਟਾ ਸਟੋਰ ਕਰਦੇ ਹਾਂ। ਆਇਡੈਂਟੀਫਾਇਰਸ ਕਿਸੇ ਚੀਜ਼ ਨੂੰ ਜਾਣਨ ਲਈ, ਆਇਡੈਂਟੀਫਾਈ ਕਰਨ ਲਈ, ਜਿਵੇਂ ਕਿ ਆਪਣੇ ਵੇਰੀਏਬਲ ਦੇ ਨਾਮ ਨੂੰ ਆਪਾਂ ਆਇਡੈਂਟੀਫਾਇਰ ਕਹਿ ਦਿੰਦੇ ਹਾਂ, ਫੰਕਸ਼ਨ ਦੇ ਨਾਮ ਨੂੰ ਆਪਾਂ ਆਇਡੈਂਟੀਫਾਇਰ ਕਹਿ ਦਿੰਦੇ ਹਾਂ। ਤਾਂ ਇਹ ਆਇਡੈਂਟੀਫਾਇਰਸ ਦੀ ਮੇਨ ਡੈਫੀਨੇਸ਼ਨ ਇਹੀ ਹੈ ਕਿ ਪ੍ਰੋਗਰਾਮ ਦੇ ਕਿਸੇ ਐਲੀਮੈਂਟ ਨੂੰ ਜਾਣਨ ਲਈ ਆਪਾਂ ਆਇਡੈਂਟੀਫਾਇਰ ਯੂਜ਼ ਕਰਦੇ ਹਾਂ। ਫਿਰ ਵੇਰੀਏਬਲਸ ਕੀ ਹੁੰਦੇ ਨੇ, ਵੇਰੀਏਬਲਸ ਦੇ ਵਿੱਚ ਆਪਾਂ ਡਾਟਾ ਸਟੋਰ ਕਰਦੇ ਹਾਂ। ਇਹ ਜਦੋਂ ਆਪਾਂ ਡੇਟਾ ਸਟੋਰ ਕਰਦੇ ਹਾਂ ਇੱਕ ਯੂਨੀਕ ਐਡਰੈਸ ਦੇ ਉੱਤੇ ਮੈਮਰੀ ਰੀਜਨ ਦੇ ਵਿੱਚ ਜਾ ਕੇ ਸਟੋਰ ਹੁੰਦਾ, ਕਿਉਂਕਿ ਆਪਾਂ ਨੂੰ ਮੈਮਰੀ ਲੋਕੇਸ਼ਨ ਯਾਦ ਕਰਨੀਆਂ ਔਖੀਆਂ ਨੇ। ਇਸ ਦੇ ਲਈ ਆਪਾਂ ਇੱਕ ਵੇਰੀਏਬਲ ਨੇਮ ਦੇ ਦਿੰਦੇ ਹਾਂ ਜਿਹੜਾ ਉਸ ਮੈਮਰੀ ਲੋਕੇਸ਼ਨ ਨੂੰ ਰੈਫਰੈਂਸ ਕਰਦਾ ਹੈ ਅਤੇ ਉੱਥੋਂ ਡੇਟਾ ਆਪਾਂ ਨੂੰ ਕੱਢ ਕੇ ਦਿਖਾਉਂਦਾ ਹੈ। ਇਹ ਵੇਰੀਏਬਲਸ ਹੁਣ ਅਲੱਗ, ਜਿਵੇਂ ਡਾਟਾ ਟਾਈਪਸ ਦੀ ਗੱਲ ਕਰਦਾ, ਹਰ ਇੱਕ ਡਾਟਾ ਟਾਈਪ ਦੇ ਅਲੱਗ-ਅਲੱਗ ਡੇਟਾ ਸਾਈਜ਼ ਹੁੰਦਾ ਹੈ, ਤਾਂ ਉਸ ਹਿਸਾਬ ਨਾਲ ਇਹ ਮੈਮਰੀ ਦੇ ਵਿੱਚ ਰੱਖਦੇ ਨੇ। ਹੁਣ ਇਸ ਤੋਂ ਬਾਅਦ ਰੂਲਸ ਫਾਰ ਆਇਡੈਂਟੀਫਾਇਰ ਮਤਲਬ ਜੋ ਆਪਾਂ ਵੇਰੀਏਬਲ ਨਾਮ ਲਿਖ ਰਹੇ ਹਾਂ, ਫੰਕਸ਼ਨ ਦਾ ਨਾਮ ਲਿਖ ਰਹੇ ਉਸਦੇ ਕੁਛ ਰੂਲਸ ਨੇ। ਜਿਵੇਂ ਸਭ ਤੋਂ ਪਹਿਲਾ ਰੂਲ ਕਿ ਇਸ ਦੇ ਨਾਮ ਦੇ ਵਿੱਚ ਲੈਟਰ, ਡਿਜਿਟ ਅਤੇ ਅੰਡਰਸਕੋਰ ਕਰੈਕਟਰ ਹੀ ਹੋਣਗੇ। ਅਤੇ ਜਦੋਂ ਸਟਾਰਟ ਹੋਊਗਾ ਕੋਈ ਵੀ ਨਾਮ, ਜਿਵੇਂ ਵੇਰੀਏਬਲ ਜਾਂ ਫੰਕਸ਼ਨ ਦਾ ਨਾਮ ਸਟਾਰਟ ਕਰਾਂਗੇ, ਉਹ ਅੰਡਰਸਕੋਰ ਜਾਂ ਲੈਟਰ ਤੋਂ ਹੀ ਸਟਾਰਟ ਕਰਾਂਗੇ। ਅਤੇ ਇਸ ਤੋਂ ਪਹਿਲਾਂ ਹੁਣ ਮੈਂ ਦੱਸ ਚੁੱਕਿਆ ਕਿ ਕੇਸ ਸੈਂਸਿਟਿਵ ਹੈ। ਜਿਵੇਂ ਇਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਹੈ ਕਿ ਲੋਅਰ ਕੇਸ ਅੱਪਰ ਕੇਸ ਨਾਲੋਂ ਡਿਫਰੈਂਟ ਹੁੰਦੇ ਆ। ਜਿਵੇਂ ਐਗਜ਼ਾਮਪਲ ਅਮਾਊਂਟ ਲੈਤੀ ਹੈ, ਅਮਾਊਂਟ ਐਂਡ ਅਮਾਊਂਟ ਇਹ ਦੋਨੇ ਡਿਫਰੈਂਟ ਚੀਜ਼ ਨੇ ਅਤੇ ਇਹਨਾਂ ਨੂੰ ਡਿਫਰੈਂਟ ਤਰੀਕੇ ਨਾਲ ਟਰੀਟ ਕਰਦਾ ਕੰਪਾਈਲਰ। ਅਤੇ ਵੇਰੀਏਬਲ ਦੀ ਮੈਕਸੀਮਮ ਲੈਂਥ 31 ਕਰੈਕਟਰ ਤੱਕ ਹੋ ਸਕਦੀ ਹੈ ਜੋ ਆਪਾਂ ਨਾਮ ਦੇਵਾਂਗੇ, ਅਤੇ ਇਹਨੂੰ ਕੋਈ ਵੀ ਸਪੈਸ਼ਲ ਕਰੈਕਟਰ ਵਗੈਰਾ ਇਹਦੇ ਵਿੱਚ ਪਰਮਿਟਡ ਨਹੀਂ ਹੁੰਦੇ, ਜਿਵੇਂ ਕਿ ਬਲੈਂਕ ਸਪੇਸ, ਪੀਰੀਅਡ, ਸੈਮੀਕੋਲਨ, ਕੋਮਾ ਆਪਾਂ ਇਹ ਵੇਰੀਏਬਲ ਨੇਮ ਵਿੱਚ ਨਹੀਂ ਦੇ ਸਕਦੇ। ਹੁਣ ਆਪਾਂ ਦੇਖਦੇ ਹਾਂ ਕਿ ਪ੍ਰੀ ਡਿਫਾਈਨਡ ਡਾਟਾ ਟਾਈਪ ਸੀ ਦੇ ਵਿੱਚ ਕਿਹੜੀਆਂ ਨੇ। ਸੀ ਲੈਂਗੁਏਜ ਦੇ ਵਿੱਚ ਆਪਣੇ ਡੇਟਾ ਟਾਈਪਸ ਐਕਚੁਅਲੀ ਕੀ ਹੁੰਦੀ ਹੈ, ਜੋ ਆਪਣੀ ਡੇਟਾ ਦੀ ਟਾਈਪ ਨੂੰ ਦੱਸਦੀ ਹੈ। ਜਿਵੇਂ ਕਿ ਆਪਣੇ ਇੰਟੀਜਰ ਹੋਇਆ, ਕਰੈਕਟਰ, ਇਹ ਨੋਰਮਲ ਡੇਟਾ ਟਾਈਪਸ ਨੇ ਜਿਹੜੇ ਜਿਵੇਂ ਆਪਾਂ ਨੂੰ ਡੈਸੀਮਲਸ ਨੰਬਰ ਬਾਰੇ ਦੱਸਦੇ ਨੇ, ਫਲੋਟਸ, ਡਬਲ, ਇਹ ਬੇਸਿਕ ਡੇਟਾ ਟਾਈਪਸ ਨੇ ਸੀ ਪ੍ਰੋਗਰਾਮ ਦੀਆਂ। ਸੀ ਪ੍ਰੋਗਰਾਮ 'ਚ 4 ਬੇਸਿਕ ਡੇਟਾ ਟਾਈਪਸ ਹੁੰਦੀਆਂ ਨੇ। ਪਹਿਲੀ ਕਰੈਕਟਰ, ਦੂਸਰੀ ਇੰਟੀਜਰ ਜਿਹਨੂੰ ਇੰਟ ਦੇ ਤੌਰ 'ਤੇ ਆਪਾਂ ਲਿਖਦੇ ਹਾਂ, ਤੀਸਰੀ ਫਲੋਟ ਅਤੇ ਚੌਥੀ ਡਬਲ। ਅਤੇ ਇਹਨਾਂ ਦਾ ਸਾਈਜ਼ ਵੀ ਡਿਫਰੈਂਟ ਹੁੰਦਾ। ਜਿਵੇਂ ਕਿ ਕਰੈਕਟਰ ਜੋ ਡੇਟਾ ਟਾਈਪ ਹੈ ਉਹ ਇੱਕ ਬਾਈਟ ਸਾਈਜ਼ ਲੈਂਦੀ ਹੈ, ਇੰਟੀਜਰ 2 ਬਾਈਟ ਲੈਂਦੀ ਹੈ, ਫਲੋਟ 4 ਬਾਈਟ ਲੈਂਦੀ ਹੈ ਅਤੇ ਡਬਲ 8 ਬਾਈਟ ਲੈਂਦੀ ਹੈ। ਇਸ ਤੋਂ ਬਾਅਦ ਫੋਰਮੈਟ ਸਪੈਸੀਫਾਇਰ। ਇਹ ਫੋਰਮੈਟ ਸਪੈਸੀਫਾਇਰ ਜਦੋਂ ਆਪਾਂ ਪ੍ਰਿੰਟ ਐਫ ਕੋਈ ਸਟੇਟਮੈਂਟ ਲਿਖਦੇ ਹਾਂ ਤਾਂ ਉਸ ਵਿੱਚ ਯੂਜ਼ ਕੀਤੇ ਜਾਂਦੇ ਨੇ। ਜਦੋਂ ਕੋਈ ਆਪਾਂ ਨੰਬਰ ਡਿਸਪਲੇ ਕਰਾਉਣਾ ਹੈ ਤਾਂ ਉਸ ਦੇ ਲਈ ਆਪਾਂ % D ਲਿਖਦੇ ਹਾਂ, ਕਰੈਕਟਰ ਦੇ ਲਈ %C ਲਿਖਦੇ ਹਾਂ, ਫਲੋਟ ਦੇ ਲਈ %F ਅਤੇ ਡਬਲ ਦੇ ਲਈ %LF, ਸਟਰਿੰਗ ਦੇ ਲਈ %S। ਇਹ ਇੱਕ ਤਰ੍ਹਾਂ ਦੇ ਸਪੈਸੀਫਾਇਰ ਨੇ ਜਿਹਦੇ ਨਾਲ ਆਪਣਾ ਡੇਟਾ ਸਕਰੀਨ ਦੇ ਉੱਤੇ ਡਿਸਪਲੇ ਹੁੰਦੇ ਆ। ਇਹ ਤੁਹਾਨੂੰ ਅੱਗੇ ਐਗਜ਼ਾਮਪਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸੂਗਾ ਕਿ ਇਹ ਕਿਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਾਇੰਟੀਫਿਕ ਨੋਟੇਸ਼ਨ ਲਈ %E ਅਤੇ ਸਾਈਨ ਦੇ ਲਈ ਸਿਰਫ ਅਤੇ ਯੂਜ਼ ਕੀਤਾ ਜਾਂਦਾ ਹੈ। ਹੁਣ ਜਿਵੇਂ ਕਿ ਆਪਾਂ ਪ੍ਰਿੰਟ ਐਫ ਸਟੇਟਮੈਂਟ ਦੇਖਦੇ ਹਾਂ। ਪ੍ਰਿੰਟ ਐਫ ਸਟੇਟਮੈਂਟ ਵਿੱਚ ਕੋਈ ਵੀ ਜੋ ਆਪਾਂ ਡੇਟਾ ਐਂਟਰ ਕਰਦੇ ਹਾਂ ਉਹ ਪ੍ਰਿੰਟ ਹੋ ਜਾਂਦਾ। ਪਰ ਜਦੋਂ ਆਪਾਂ ਨੇ ਕੋਈ ਵੈਲਿਊ ਡਿਸਪਲੇ ਕਰਾਉਣੀ ਹੋਵੇ ਸਕਰੀਨ ਦੇ ਉੱਤੇ ਤਾਂ ਆਪਾਂ, ਜੇ ਤੁਸੀਂ ਸੈਕਿੰਡ ਐਗਜ਼ਾਮਪਲ ਦੇਖੋਗੇ, ਬੈਲੈਂਸ ਇਨ ਜੋ ਅਕਾਊਂਟ ਇਜ਼ %D, ਬੈਲੈਂਸ। ਇਸ ਦਾ ਮਤਲਬ ਇਹ ਹੋ ਕਿ ਬੈਲੈਂਸ ਦੇ ਵਿੱਚ ਜੋ BAL ਵੇਰੀਏਬਲ ਦੇ ਵਿੱਚ ਜੋ ਵੈਲਿਊ ਹੈ ਉਹ ਅਕਾਊਂਟ ਇਸ ਤੋਂ ਬਾਅਦ ਡਿਸਪਲੇ ਹੋਊਗੀ। ਇਸ ਵਿੱਚ ਫੋਰਮੈਟ ਸਪੈਸੀਫਾਇਰ ਯੂਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਆਪਾਂ ਸਕੈਨਐਫ ਦੀ ਸਟੇਟਮੈਂਟ ਦੇਖਦੇ ਹਾਂ। ਸਕੈਨਐਫ ਸਟੇਟਮੈਂਟ ਕਾਹਦੇ ਲਈ ਯੂਜ਼ ਹੁੰਦੀ ਹੈ, ਜੋ ਵੀ ਆਪਾਂ ਵੈਲਿਊਜ਼ ਕੀਬੋਰਡ ਤੋਂ ਇਨਪੁੱਟ ਕਰਦੇ ਹਾਂ, ਕਰੈਕਟਰ ਜਾਂ ਸਟਰਿੰਗ, ਉਹ ਸਕੈਨਐਫ ਦੇ ਥਰੂ ਆਪਾਂ ਡੇਟਾ ਰੀਡ ਕਰ ਸਕਦੇ ਹਾਂ। ਜਿਵੇਂ ਕਿ ਆਪਾਂ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ ਕਿ ਪ੍ਰਿੰਟ ਐਫ ਐਂਟਰ ਦਾ ਨੰਬਰ। ਸਾਨੂੰ ਪਹਿਲਾਂ ਸਕਰੀਨ 'ਤੇ ਐਂਟਰ ਦਾ ਨੰਬਰ ਦਿਖੂਗਾ, ਉਸ ਤੋਂ ਬਾਅਦ ਤੁਸੀਂ ਸਕਰੀਨ ਦੇ ਉੱਤੇ 3 ਨੰਬਰ ਐਂਟਰ ਕਰੋਗੇ, ਜਿਵੇਂ 5, 10 ਅਤੇ 15। ਜਦੋਂ 5, 10 ਅਤੇ 15 ਤੁਸੀਂ ਐਂਟਰ ਕਰੋਗੇ, ਆ %D ਫੋਰਮੈਟ ਸਪੈਸੀਫਾਇਰ ਲੱਗੇ ਹੋਏ ਨੇ ਜਿਹਦੇ ਨਾਲ ਨੰਬਰ 1 ਦੇ ਵਿੱਚ 5, ਨੰਬਰ 2 ਦੇ ਵਿੱਚ 10 ਅਤੇ ਨੰਬਰ 3 ਦੇ ਵਿੱਚ 15 ਵੈਲਿਊ ਚਲੀ ਜਾਊਗੀ। ਜੇ ਇਸੇ ਤਰ੍ਹਾਂ ਆਪਾਂ ਕੋਈ ਕਰੈਕਟਰ ਵੈਲਿਊ ਪਾਉਣੀ ਹੈ, ਐਂਟਰ ਹੈ, ਕਰੈਕਟਰ ਤੋਂ ਬਾਅਦ %C ਲਿਖਿਆ ਹੋਇਆ ਤਾਂ ਵੇਰੀਏਬਲ ਦੇ ਵਿੱਚ ਜੋ ਵੀ ਵੈਲਿਊ ਹੋਊਗੀ ਉਹ ਕਰੈਕਟਰ ਵੈਲਿਊ ਦੇ ਤੌਰ 'ਤੇ ਐਂਟਰ ਹੋ ਜਾਊਗੀ। ਇਹ ਸਕੈਨਐਫ ਦੀਆਂ ਕੁਛ ਹੋਰ ਐਗਜ਼ਾਮਪਲ ਨੇ।
ਜਿਵੇਂ ਪ੍ਰਿੰਟ ਐਫ ਦਿੰਦੇ ਹੋਈ ਉਹ ਤੇ ਵਿੱਚ ਸਕੈਨ ਐਫ ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਆਪਣੀ ਆ ਜਾਂਦੀ ਹੈ ਕਰੈਕਟਰ ਡੇਟਾ ਟਾਈਪ। ਕਰੈਕਟਰ ਡੇਟਾ ਵਿੱਚ ਇੱਕ ਸਿੰਗਲ ਕਰੈਕਟਰ ਸਟੋਰ ਹੁੰਦਾ ਹੈ। ਇਹ ਜੋ ਕਰੈਕਟਰ ਹੁੰਦੇ ਹੈ ਇਹ ਸਕਾਈ ਕੋਡ ਦੇ ਉੱਤੇ ਬੇਸਡ ਹੁੰਦੇ ਨੇ, ਜਿਸ ਨੂੰ ਸਕਾਈ ਕੋਡ ਦੀ ਫੁੱਲ ਫੋਰਮ ਦੀ ਅਮੈਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ। ਇਸ ਦਾ ਤੁਹਾਨੂੰ ਅੱਗੇ ਟੇਬਲ ਵੀ ਦਿਖਾਵਾਂਗੇ ਸਕਾਈ ਕੋਡ ਦਾ, ਜਿਸ ਦੇ ਵਿੱਚ ਆਪਾਂ ਨੂੰ ਪਤਾ ਲੱਗੂਗਾ ਕਿ ਕਿਸ ਕੋਡ ਦੀ ਵੈਲਿਊ ਕਿਹੜੇ ਕਰੈਕਟਰ ਨਾਲ ਮੈਪ ਕਰਦੀ ਹੈ। ਆਹ ਦੇਖੋ ਤੁਸੀਂ ਸਕਾਈ ਕੋਡ ਦਾ ਟੇਬਲ, ਇਹਦੇ ਵਿੱਚ ਜਿਵੇਂ ਦੇਖੋਗੇ ਇਹਦੇ ਕੈਪੀਟਲ A 65 ਨੂੰ ਰਿਪਰੈਜ਼ੈਂਟ ਕਰਦੀ ਹੈ। ਜੇ ਤੁਸੀਂ ਵੇਰੀਏਬਲ ਦੇ ਵਿੱਚ 65 ਵੈਲਿਊ ਹੈ ਅਤੇ ਅੱਗੇ ਫੋਰਮੈਟ ਸਪੈਸੀਫਾਇਰ ਦੇ ਵਿੱਚ %C ਲਿਖਦੇ ਹੋ ਤਾਂ ਆਪਾਂ ਨੂੰ A ਵੈਲਿਊ ਦਿਖੂਗੀ 65 ਦੇ ਇੰਸਟੈਡ ਆਫ 65 ਆਪਾਂ ਨੂੰ A ਵੈਲਿਊ ਪ੍ਰਿੰਟ ਹੋਊਗੀ ਸਕਰੀਨ 'ਤੇ। ਇਸੇ ਤਰ੍ਹਾਂ ਹਰ ਇੱਕ ਕਰੈਕਟਰ ਦੇ ਅਲੱਗ-ਅਲੱਗ ਸਕਾਈ ਕੋਡ ਨੇ। ਇਸ 'ਤੇ ਇਹ ਵਾਈਸ ਵਰਸਾ ਵੀ ਵਰਕ ਕਰਦਾ ਹੈ। ਜਦੋਂ ਤੁਸੀਂ ਕੋਈ ਕਰੈਕਟਰ ਵੈਲਿਊ ਉਹਦੀ ਇੰਟੀਜਰ ਵੈਲਿਊ ਪ੍ਰਿੰਟ ਕਰਾਉਣੀ ਹੈ ਤਾਂ ਉਹਦੀ A ਦੀ ਜਗ੍ਹਾ 65 ਵੈਲਿਊ ਪ੍ਰਿੰਟ ਹੋ ਜੂਗੀ, ਇੰਟੀਜਰ ਵੈਲਿਊ ਵੀ ਪ੍ਰਿੰਟ ਹੋ ਸਕਦੀ ਹੈ। ਡਿਕਲੇਰੇਸ਼ਨ ਆਫ ਵੇਰੀਏਬਲਸ ਨੂੰ ਆਲਰੇਡੀ ਦੱਸ ਚੁੱਕੇ ਹਾਂ ਵੀਡੀਓ ਵਿੱਚ ਹੀ ਕਿ ਜੋ ਮੈਮਰੀ ਰਿਜ਼ਰਵ ਕਰਦਾ ਵੇਰੀਏਬਲ ਇੱਕ ਮੈਮਰੀ ਲੋਕੇਸ਼ਨ 'ਤੇ ਉਸ ਨੂੰ ਵੇਰੀਏਬਲ ਕਹਿੰਦੇ ਨੇ। ਤਾਂ ਇਹਨੂੰ ਜਿਵੇਂ ਡਿਕਲੇਅਰ ਕਰਨਾ ਹੈ ਤਾਂ ਉਹਦੇ ਅੱਗੇ ਸਭ ਤੋਂ ਪਹਿਲਾਂ ਆਪਾਂ ਡੇਟਾ ਟਾਈਪ ਲੈਂਦੇ ਹਾਂ, ਫਿਰ ਇੱਕ ਆਇਡੈਂਟੀਫਾਇਰ ਚੂਜ਼ ਕਰਦੇ ਹਾਂ ਜਿਹਨੂੰ ਆਪਾਂ ਵੇਰੀਏਬਲ ਕਹਿੰਦੇ ਹਾਂ। ਜਿਵੇਂ ਐਗਜ਼ਾਮਪਲ ਵਿੱਚ ਕਰੈਕਟਰ CKL ਲਿਖਿਆ ਹੋਇਆ ਹੈ, ਇਸ ਦੇ ਵਿੱਚ 3 ਵੇਰੀਏਬਲ ਬਣਾਏ ਆ ਜਿਸ ਦੀ ਡੇਟਾ ਟਾਈਪ ਕਰੈਕਟਰ ਹੈ। ਇਹ ਮੈਮਰੀ ਵਿਊ ਦਿਖਾਇਆ ਹੋਇਆ ਕਿ ਵੇਰੀਏਬਲਸ ਕਿਵੇਂ ਸਟੋਰ ਹੁੰਦੇ ਨੇ। ਕਰੈਕਟਰ ਟਾਈਪ ਦਾ ਵੇਰੀਏਬਲ ਇੱਥੇ ਸਟੋਰ ਹੋਇਆ, ਇੰਟੀਜਰ ਦਾ ਇੱਥੇ ਹੈ। ਇਹਨਾਂ ਦਾ ਮੇਨ ਮੋਟਿਵ ਇਹੀ ਹੈ ਕਿ ਇਹ ਮੈਮਰੀ ਲੋਕੇਸ਼ਨ 'ਤੇ ਕਿੰਨੇ ਬਾਈਟ ਜਗ੍ਹਾ ਲੈਂਦੇ ਨੇ। ਕਰੈਕਟਰ ਜੋ ਵੇਰੀਏਬਲ ਹੋਊਗਾ ਉਹ 1 ਬਾਈਟ ਜਗ੍ਹਾ ਲਊਗਾ, ਇੰਟੀਜਰ ਜੋ ਵੇਰੀਏਬਲ ਹੋਊਗਾ 2 ਬਾਈਟ ਜਗ੍ਹਾ ਲਊਗਾ ਮੈਮਰੀ ਦੇ ਉੱਪਰ। ਕੁਛ ਇੰਪੋਰਟੈਂਟ ਚੀਜ਼ਾਂ ਨੇ ਵੇਰੀਏਬਲ ਦੀਆਂ ਜਿਹੜੀਆਂ ਆਪਾਂ ਨੂੰ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ। ਇੱਕ ਤਾਂ ਸਭ ਤੋਂ ਜੇ ਵੇਰੀਏਬਲ ਯੂਜ਼ ਕਰਨ ਤੋਂ ਪਹਿਲਾਂ ਆਲਰੇਡੀ ਡਿਕਲੇਅਰ ਕੀਤਾ ਹੋ ਜਾਣਾ ਚਾਹੀਦਾ ਹੈ, ਤਾਂ ਹੀ ਇਸ ਕੰਪਾਈਲਰ ਨੂੰ ਪਤਾ ਲੱਗੂਗਾ ਕਿ ਇਹ ਵੇਰੀਏਬਲ ਕੁਛ ਹੈ ਜਿਹਨੂੰ ਉਹ ਯੂਜ਼ ਕਰ ਸਕੇ। ਉਹਦੀ ਹਰ ਇੱਕ ਵੇਰੀਏਬਲ ਦੀ ਜੋ ਵੀ ਆਪਾਂ ਡਿਕਲੇਅਰ ਕਰੋ ਉਹਦੀ ਡਾਟਾ ਟਾਈਪ ਮਸਟ ਸਪੈਸੀਫਾਈ ਹੋਣੀ ਚਾਹੀਦੀ ਹੈ। ਇਸ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਸ ਵੇਰੀਏਬਲ ਦੀ ਡਾਟਾ ਟਾਈਪ ਕੀ ਹੈ, ਉਸ 'ਚ ਕਿਸ ਤਰ੍ਹਾਂ ਦਾ ਡਾਟਾ ਸਟੋਰ ਕਰਨਾ ਹੈ। ਇਸ ਤੋਂ ਬਾਅਦ ਕਰੈਕਟਰ ਡੇਟਾ ਟਾਈਪ ਬਾਰੇ ਕੁਛ ਹੋਰ ਲਿਖਿਆ ਹੋਇਆ ਹੈ। ਕਰੈਕਟਰ ਡੇਟਾ ਟਾਈਪ ਦੇ ਵਿੱਚ ਜਿਵੇਂ ਆਪਾਂ ਇਹ ਸਿੰਗਲ ਕੋਟਸ ਦੇ ਵਿੱਚ ਲਿਖਦੇ ਹਾਂ, ਕੋਈ ਵੀ ਇੱਕ ਕਰੈਕਟਰ ਜਦੋਂ ਲਿਖਣਾ ਹੁੰਦਾ ਉਹਨੂੰ ਆਪਾਂ ਸਿੰਗਲ ਕੋਟ ਦੇ ਵਿੱਚ ਲਿਖਦੇ ਹਾਂ। ਕੁਝ ਸਪੈਸ਼ਲ ਕਰੈਕਟਰਸ ਜਿਵੇਂ ਆਪਾਂ ਬਣਾਉਂਦੇ /n ਜੇ ਨਿਊ ਲਾਈਨ ਲਈ ਯੂਜ਼ ਕਰਦੇ ਹਾਂ, ਇਹ ਵੀ ਕਰੈਕਟਰ ਡੇਟਾ ਟਾਈਪ 'ਚ ਆਉਂਦੇ ਜਿਹਨੂੰ ਆਪਾਂ ਸਿੰਗਲ ਕੋਟਸ ਦੇ ਵਿੱਚ ਲਿਖਿਆ ਹੋਇਆ ਹੈ। ਇਹਨਾਂ ਨੂੰ ਆਪਾਂ ਕੋਨਸਟੈਂਟਸ ਜਾਂ ਲਿਟਰਲਸ ਵੀ ਬੋਲ ਸਕਦੇ ਹਾਂ ਜੋ ਆਪਾਂ ਸਿੰਗਲ ਕੋਟ ਦੇ ਵਿੱਚ ਕੋਈ ਡੇਟਾ ਸਪੈਸੀਫਾਈ ਕਰਦੇ ਹਾਂ। ਉਸ ਤੋਂ ਬਾਅਦ ਇਨੀਸ਼ੀਅਲਾਈਜੇਸ਼ਨ, ਜਦੋਂ ਆਪਾਂ ਵੇਰੀਏਬਲ ਡਿਕਲੇਅਰ ਕਰ ਦਿੰਦੇ ਹਾਂ ਆਪਾਂ ਉਸ ਵੇਰੀਏਬਲ ਨੂੰ ਇਨੀਸ਼ੀਅਲਾਈਜ਼ ਵੀ ਕਰ ਸਕਦੇ ਹਾਂ ਕਿਸੇ ਵੈਲਿਊ ਨਾਲ। ਇਨੀਸ਼ੀਅਲਾਈਜੇਸ਼ਨ ਕਿਵੇਂ ਹੁੰਦੀ ਹੈ? ਇਹ ਆਪਣੀ ਅਸਾਈਨਮੈਂਟ ਓਪਰੇਟਰ ਨਾਲ ਹੁੰਦੀ ਹੈ। ਜਿਸ ਤਰ੍ਹਾਂ ਕਿ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ ਕਿ ਕਰੈਕਟਰ C ਪਹਿਲਾਂ ਲੈਂਦੇ ਸੀ ਸਿਰਫ ਵੇਰੀਏਬਲ ਦਾ ਨਾਮ ਲੈਂਦੇ ਸੀ ਜੋ ਮੈਮਰੀ ਦੇ ਵਿੱਚ ਜਗ੍ਹਾ ਸਟੋਰ ਕਰ ਲੈਂਦੇ ਸੀ 1 ਬਾਈਟ ਦੀ। ਹੁਣ ਜਦੋਂ ਆਪਾਂ ਕਰੈਕਟਰ C = X ਲਿਖਿਆ ਹੈ ਸਿੰਗਲ ਕੋਟ ਦੇ ਵਿੱਚ, ਤਾਂ ਇਹਦਾ ਮਤਲਬ ਕਿ ਮੈਮਰੀ ਦੇ ਵਿੱਚ ਉਹਨੇ X ਵੀ ਨਾਲ ਸਟੋਰ ਕਰ ਲਿਆ। ਇਸ ਨੂੰ ਇਸ ਤਰੀਕੇ ਨਾਲ ਵੀ ਸਿੱਖ ਸਕਦੇ ਹਾਂ। ਦੂਸਰਾ ਤਰੀਕਾ ਹੈ ਕਿ ਕਰੈਕਟਰ C ਪਹਿਲਾਂ ਆਪਾਂ ਨੇ ਡਿਕਲੇਅਰ ਕਰ ਲਿਆ, ਉਸ ਤੋਂ ਬਾਅਦ C ਦੇ ਵਿੱਚ ਵੈਲਿਊ ਆਪਾਂ ਇਨੀਸ਼ੀਅਲਾਈਜ਼ ਕਰ ਦਿੱਤੀ। ਇਹ 2 ਤਰੀਕਿਆਂ ਨਾਲ ਆਪਾਂ ਲਿਖ ਸਕਦੇ ਹਾਂ। ਹੁਣ ਇਹ ਜੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕਰੈਕਟਰ ਵੈਲਿਊ ਜੋ ਪ੍ਰਿੰਟ ਕਰਾਉਣੀ ਹੈ, ਜੋ ਪ੍ਰਿੰਟ ਹੈ %C ਲਿਖਿਆ ਹੈ। ਹੁਣ A ਦੇ ਵਿੱਚ ਜੇ A ਇੰਟੀਜਰ ਵੇਰੀਏਬਲ ਹੈ ਉਸ ਦੇ ਵਿੱਚ 65 ਵੈਲਿਊ ਹੈ ਤਾਂ ਸਕਰੀਨ ਦੇ ਉੱਪਰ ਆਪਣੀ A ਵੈਲਿਊ ਪ੍ਰਿੰਟ ਹੋਊਗੀ। ਜੇ 66 ਵੈਲਿਊ ਹੈ ਤਾਂ B ਵੈਲਿਊ ਪ੍ਰਿੰਟ ਹੋਊਗੀ। ਵੇਰੀਏਬਲਸ ਤੋਂ ਬਾਅਦ ਇੱਕ ਪਾਰਟ ਹੁੰਦਾ ਇਹਦੇ ਵਿੱਚ ਕੋਨਸਟੈਂਟਸ ਦਾ। ਇਹ ਵੇਰੀਏਬਲਸ ਦੀ ਤਰ੍ਹਾਂ ਹੁੰਦੇ ਨੇ ਪਰ ਇਹ ਇੱਕ ਵਾਰ ਜਦੋਂ ਸਟੋਰ ਹੁੰਦੇ ਹੈ ਦੁਬਾਰਾ ਇਹਨਾਂ ਦੀ ਵੈਲਿਊ ਚੇਂਜ ਨਹੀਂ ਕੀਤੀ ਜਾ ਸਕਦੀ। ਵੇਰੀਏਬਲਸ ਦੀ ਵੈਲਿਊ ਬਾਰ-ਬਾਰ ਚੇਂਜ ਕੀਤੀ ਜਾ ਸਕਦੀ ਹੈ। ਇਸ ਦਾ ਨਾਮ ਆਪਾਂ ਵੇਰੀਏਬਲਸ ਵੀ ਇਸੇ ਕਰਕੇ ਰੱਖਿਆ ਗਿਆ ਹੈ ਕਿ ਵੇਰੀਏਬਲਸ ਕੀ ਵਾਰ-ਵਾਰ ਵੀ ਵੇਰੀ ਕਰਦੇ ਰਹਿੰਦੇ ਡੇਟਾ, ਪਰ ਕੋਨਸਟੈਂਟ ਦੇ ਵਿੱਚ ਇੱਕ ਵਾਰ ਜੋ ਡੇਟਾ ਸਟੋਰ ਹੋ ਗਿਆ ਉਹ ਦੁਬਾਰਾ ਚੇਂਜ ਨਹੀਂ ਹੋਊਗਾ। ਇਸ ਤੋਂ ਬਾਅਦ ਐਕਸਪ੍ਰੈਸ਼ਨਸ ਬਾਰੇ ਕਰਾਂਗੇ ਗੱਲ। ਜਦੋਂ ਆਪਾਂ ਕੋਨਸਟੈਂਟਸ ਅਤੇ ਵੇਰੀਏਬਲਸ ਬਾਰੇ ਪੜ੍ਹਨ ਤੋਂ ਬਾਅਦ ਹੁਣ ਜਦੋਂ ਵੀ ਕੋਈ ਵੀ ਐਕਸਪ੍ਰੈਸ਼ਨ ਹੁੰਦਾ ਹੈ ਉਹਨੂੰ ਵੈਲਿਊਏਟ ਕਰਨ ਤੋਂ ਬਾਅਦ ਆਪਾਂ ਕਿਸੇ ਵੇਰੀਏਬਲ ਦੇ ਵਿੱਚ ਹੀ ਸਟੋਰ ਕਰਦੇ ਹਾਂ। ਐਕਸਪ੍ਰੈਸ਼ਨ ਕੋਈ ਵੀ ਅਰਥਮੈਟਿਕ ਐਕਸਪ੍ਰੈਸ਼ਨ ਹੋ ਸਕਦਾ ਹੈ, ਕੋਈ ਲੌਜੀਕਲ ਐਕਸਪ੍ਰੈਸ਼ਨ ਵੀ ਹੋ ਸਕਦਾ ਹੈ। ਜੋ ਆਪਾਂ ਜਿਵੇਂ ਕਿ ਆਪਾਂ ਮੈਥ ਦੇ ਵਿੱਚ ਪਹਿਲਾਂ ਦੇਖਦੇ ਹਾਂ
ਇਸ ਐਗਜ਼ਾਮਪਲ 'ਚ ਵੀ x ਇੰਟੂ ਬੀ ਡਿਵਾਈਡ ਬਾਈ ਸੀ ਪਲੱਸ ਏ ਇੱਕ ਤਰ੍ਹਾਂ ਦਾ ਐਕਸਪ੍ਰੈਸ਼ਨ ਬਣਦੀ ਹੈ। ਇਹਨਾਂ ਦੀ ਵੈਲਿਊ ਐਵੈਲੂਏਟਸ ਹੋ ਕੇ ਆਪਾਂ ਕਿਸੇ ਅੱਗੇ ਵੇਰੀਏਬਲ ਦੇ ਵਿੱਚ ਸਟੋਰ ਕਰ ਸਕਦੇ ਹਾਂ। ਹੁਣ ਇੱਥੇ ਇੱਕ ਪ੍ਰੋਗਰਾਮ ਦਿੱਤਾ ਹੋਇਆ ਸਕਰੀਨ 'ਤੇ ਜਿਹੜਾ ਤੁਸੀਂ ਦੇਖ ਸਕਦੇ ਹੋ। ਇਸ ਦੇ ਵਿੱਚ ਕੁਛ ਡਿਕਲੇਅਰ ਕੀਤੇ ਹੋਏ ਨੇ, ਜਿਵੇਂ ਕਰੈਕਟਰਸ ਡਿਕਲੇਅਰ ਕੀਤੇ ਹੋਏ ਨੇ, ਉਹਨਾਂ ਨੂੰ ਇਨੀਸ਼ੀਅਲਾਈਜ਼ ਕੀਤਾ ਹੋਇਆ ਹੈ। ਜਿਵੇਂ ਏ ਕਰੈਕਟਰ ਨੂੰ H ਨਾਲ, B ਨੂੰ E ਨਾਲ, C ਨੂੰ L, D ਨੂੰ 108 ਨਾਲ। ਹੁਣ ਤੁਸੀਂ ਇਸ ਵਿੱਚ ਦੇਖੋਗੇ ਕਿ ਇੱਕ C ਕਰੈਕਟਰ D ਜੋ ਵੇਰੀਏਬਲ ਹੈ ਉਹ ਕਰੈਕਟਰ ਟਾਈਪ ਵੇਰੀਏਬਲ ਹੈ, ਪਰ ਉਸ ਜਿਹੜੀ ਵੈਲਿਊ ਆਪਾਂ ਪਾਈ ਹੈ 108। ਹੁਣ 108 ਦੇ ਜੋ ਵੀ ਸਕਾਈ ਕਰੈਕਟਰ ਨਾਲ ਮੈਪ ਕਰਦਾ ਹੋਊਗਾ ਤਾਂ ਉਹ ਕਰੈਕਟਰ ਇੱਥੇ ਪ੍ਰਿੰਟ ਹੋ ਜਾਊਗਾ। ਕਰੈਕਟਰ ਡੇਟਾ ਟਾਈਪ ਤੋਂ ਬਾਅਦ ਆਪਣੀ ਬੇਸਿਕ ਜੋ ਡੇਟਾ ਟਾਈਪ ਹੈ ਇੱਕ ਇੰਟੀਜਰ ਡੇਟਾ ਟਾਈਪ। ਇਹਦੇ ਵਿੱਚ ਜੋ ਵੀ ਆਪਣੇ ਡਿਜਿਟ ਨੰਬਰਸ ਹੁੰਦੇ ਨੇ ਉਹ ਸਟੋਰ ਹੁੰਦੇ ਨੇ। ਫਰੈਕਸ਼ਨਸ ਪਾਰਟ ਇਹਦੇ ਵਿੱਚ ਸਟੋਰ ਨਹੀਂ ਹੁੰਦਾ। ਇਸ ਦਾ ਮਤਲਬ ਕਿ ਡੈਸੀਮਲ ਪਾਰਟ ਨਹੀਂ ਸਟੋਰ ਹੁੰਦਾ। ਜਿਵੇਂ 12.5 ਹੈ ਤਾਂ ਇਸ ਵਿੱਚ ਕੱਲ੍ਹ 12 ਸਟੋਰ ਹੋਊਗਾ, 0.5 ਨਹੀਂ ਸਟੋਰ ਹੋਊਗਾ। ਅੱਗੇ ਇੱਕ ਇਸ ਪ੍ਰੋਗਰਾਮ ਦਿੱਤਾ ਹੋਇਆ ਹੈ, ਇਸ 'ਚ ਐਗਜ਼ਾਮਪਲ ਵੀ ਇਸੇ ਤਰ੍ਹਾਂ ਨਾਲ ਦਿੱਤੀ ਹੋਈ ਹੈ ਕਿ ਆਪਾਂ ਇੰਟੀਜਰ ਵੇਰੀਏਬਲਸ ਦਿੱਤੇ A B C D E। A ਦੇ ਵਿੱਚ 10 ਵੈਲਿਊ, B ਦੇ ਵਿੱਚ 4.3, C ਦੇ ਵਿੱਚ 4.8, D ਦੇ ਵਿੱਚ A ਅਤੇ E ਦੇ ਵਿੱਚ ਇੱਕ ਐਕਸਪ੍ਰੈਸ਼ਨ ਦਿੱਤਾ ਹੋਇਆ। ਹੁਣ ਇਸ ਦੇ ਵਿੱਚ ਜੋ ਵੀ ਵੈਲਿਊਜ਼ ਆਊਗੀ ਜੇ ਤੁਸੀਂ ਉਹਨੂੰ ਪ੍ਰਿੰਟ ਕਰਾ ਕੇ ਦੇਖੋਗੇ ਤਾਂ ਇਹ ਪੁਆਇੰਟ ਵਾਲੀ ਵੈਲਿਊ ਨੂੰ ਟਰੰਕੇਟ ਕਰ ਦੂਗਾ, ਸਿਰਫ ਇੰਟੀਜਰ ਵੈਲਿਊ ਹੀ ਡਿਸਪਲੇ ਕਰੂਗਾ ਕਿਉਂਕਿ ਵੇਰੀਏਬਲ ਟਾਈਪ ਆਪਣੀ ਇੰਟੀਜਰ ਹੈ। ਇੰਟੀਜਰ ਅਤੇ ਕਰੈਕਟਰ ਤੋਂ ਬਾਅਦ ਜੋ ਤੀਸਰਾ ਆਪਣਾ ਬੇਸਿਕ ਡੇਟਾ ਟਾਈਪ ਸੀ ਉਹ ਆਪਣੀ ਸੀ ਫਲੋਟ ਡੇਟਾ ਟਾਈਪ। ਫਲੋਟ ਦੇ ਵਿੱਚ ਕੀ ਹੈ, ਇੰਟੀਜਰ ਦੇ ਵਿੱਚ ਸਿਰਫ ਆਪਾਂ ਨੰਬਰਸ ਵਿਦਾਊਟ ਡੈਸੀਮਲ ਤੋਂ ਸਟੋਰ ਕਰ ਸਕਦੇ ਸੀ, ਪਰ ਫਲੋਟ ਦੇ ਵਿੱਚ ਆਪਾਂ ਨੂੰ ਇਹ ਫੈਸਿਲਿਟੀ ਮਿਲੀ ਹੈ ਕਿ ਆਪਾਂ ਨੰਬਰ ਵਿਦ ਡੈਸੀਮਲ ਸਟੋਰ ਕਰ ਸਕਦੇ ਹਾਂ। ਜਿਵੇਂ 12.5 ਸੀ ਉਹ ਆਪਾਂ ਫਲੋਟ ਡੇਟਾ ਟਾਈਪ 'ਚ ਵਿੱਚ ਸਟੋਰ ਕਰ ਸਕਦੇ ਹਾਂ। ਪਰ ਇਸ ਦਾ ਇੱਕ ਰੂਲ ਹੁੰਦਾ, ਜਦੋਂ ਐਕਸਪ੍ਰੈਸ਼ਨ ਦੇ ਵਿੱਚ ਜਦੋਂ ਵੀ ਫਲੋਟ ਡੇਟਾ ਟਾਈਪ ਇਨਕਲੂਡ ਹੋ ਜਾਂਦੀ ਹੈ ਕਿਸੇ ਇੰਟੀਜਰ ਡੇਟਾ ਟਾਈਪ ਨਾਲ ਆਪਰੇਸ਼ਨਸ ਕਰਦੀ ਹੈ ਤਾਂ ਉਹ ਆਟੋਮੈਟਿਕਲੀ ਫਲੋਟ ਵਿੱਚ ਕਨਵਰਟ ਹੋ ਜਾਂਦੀ ਹੈ। ਜਿਵੇਂ ਇੰਟੀਜਰ ਨੂੰ ਡਿਵਾਈਡ ਬਾਈ ਇੰਟ ਕਰਾਂਗੇ ਤਾਂ ਇੰਟ ਵੈਲਿਊ ਆਊਗੀ, ਜਿਵੇਂ ਇੰਟੀਜਰ ਡਿਵਾਈਡ ਬਾਈ ਫਲੋਟ ਕਰਾਂਗੇ ਤਾਂ ਫਲੋਟ ਵੈਲਿਊ ਆਟੋਮੈਟਿਕਲੀ ਕਨਵਰਟ ਫਲੋਟ ਦੇ ਵਿੱਚ ਹੋ ਜੂ, ਤਾਂ ਪੁਆਇੰਟ ਦੇ ਵਿੱਚ ਵੈਲਿਊ ਆਪਾਂ ਨੂੰ ਸ਼ੋਅ ਕਰੂਗੀ। ਇਹ ਕੁਛ ਐਗਜ਼ਾਮਪਲਸ ਨੇ ਇੰਟੀਜਰਸ ਅਤੇ ਫਲੋਟ ਦੀਆਂ। ਫਲੋਟ ਇਜ਼ ਕਮਿਊਨੀਕੇਬਲ ਟਾਈਪ। ਇਸ ਦਾ ਮਤਲਬ ਉਹੀ ਹੈ ਜੋ ਮੈंने ਪਹਿਲਾਂ ਦੱਸਿਆ ਕਿ ਐਕਸਪ੍ਰੈਸ਼ਨ ਦੇ ਵਿੱਚ ਜਦੋਂ ਵੈਲਿਊ ਇਵੈਲੂਏਟ ਹੋ ਜਾਂਦੀ ਹੈ ਫਲੋਟ ਡੇਟਾ ਟਾਈਪ ਨਾਲ ਤਾਂ ਉਹ ਆਟੋਮੈਟਿਕਲੀ ਫਲੋਟ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਇਸ ਕਰਕੇ ਆਪਾਂ ਇਹਨੂੰ ਕਮਿਊਨੀਕੇਬਲ ਟਾਈਪ ਬੋਲਦੇ ਹਾਂ। ਮਲਟੀਪਲ ਫੋਰਮੈਟ ਸਪੈਸੀਫਾਇਰ ਮੈਂ ਆਲਰੇਡੀ ਦੱਸੂਗਾ, ਜੋ ਪਰਸੈਂਟੇਜ D ਪਰਸੈਂਟੇਜ F ਆਪਾਂ ਯੂਜ਼ ਕਰਦੇ ਹਾਂ। ਇਹ ਮਲਟੀਪਲ ਯੂਜ਼ ਦਾ ਦੱਸਿਆ ਹੋਇਆ ਹੈ। ਕੁਛ ਐਗਜ਼ਾਮਪਲ ਦਿੱਤੇ ਹੋਏ ਨੇ ਪ੍ਰਿੰਟ ਐਫ ਦੇ ਵਿੱਚ, ਜਿਹਦੇ ਵਿੱਚ A ਇਕੁਅਲਸ ਟੂ ਪਰਸੈਂਟੇਜ D। ਇਹਦਾ ਮਤਲਬ ਜਿੱਥੇ ਪਰਸੈਂਟੇਜ D ਹੋਊਗੀ ਉੱਥੇ ਉਹ ਵੈਲਿਊਜ਼ A B C ਵਾਲੀਆਂ ਵੈਲਿਊਜ਼ ਰਿਪਲੇਸ ਹੋ ਜਾਣਗੀਆਂ। ਮਤਲਬ ਇਸ ਦਾ ਮੇਨ ਤੁਹਾਨੂੰ ਇਹ ਯਾਦ ਰੱਖਣਾ ਹੈ ਕਿ ਜਿੰਨੇ ਵੇਰੀਏਬਲਸ ਇੱਧਰ ਹੋਣਗੇ ਉਨੀ ਤੁਹਾਡੀਆਂ ਵੈਲਿਊ ਪਰਸੈਂਟੇਜ ਦੀ ਉੱਧਰ ਹੋਣੀਆਂ ਚਾਹੀਦੀਆਂ ਨੇ। ਜੇ ਇੱਧਰ A B C D ਤੱਕ ਵੇਰੀਏਬਲ ਹੁੰਦੇ ਪ੍ਰਿੰਟ ਐਫ ਦੇ ਵਿੱਚ ਕੋਮਾ ਤੋਂ ਬਾਅਦ, ਜੇ ਇੱਧਰ 3 ਵੈਲਿਊਜ਼ ਹੁੰਦੀ ਹੈ ਪਰਸੈਂਟੇਜ ਦੀ ਤਾਂ A B C ਤੱਕ ਹੀ ਵੈਲਿਊ ਪ੍ਰਿੰਟ ਹੁੰਦੀ, D ਵਾਲੀ ਵੈਲਿਊ ਇੱਥੇ ਪ੍ਰਿੰਟ ਨਹੀਂ ਹੋਣੀ ਸੀ। ਉਸ ਤੋਂ ਬਾਅਦ ਕੁਛ ਸਟੇਟਮੈਂਟਸ ਕਿਹਨਾਂ ਨੂੰ ਕਹਿੰਦੇ, ਜੋ ਵੀ ਸਟੇਟਮੈਂਟਸ ਆਪਾਂ ਉਹਦੇ ਵਿੱਚ ਲਿਖਦੇ ਹਾਂ ਪ੍ਰੋਗਰਾਮ ਦੇ ਵਿੱਚ, ਐਕਸਪ੍ਰੈਸ਼ਨ ਲਿਖਦੇ ਹਾਂ ਉਹ ਵੀ ਸਟੇਟਮੈਂਟ ਹੈ, ਡਿਕਲੇਰੇਸ਼ਨ ਕਰਦੇ ਹਾਂ ਉਹ ਵੀ ਸਟੇਟਮੈਂਟ ਹੈ, ਪ੍ਰਿੰਟ ਐਫ ਵੀ ਇੱਕ ਸਟੇਟਮੈਂਟ ਹੈ। ਜੋ ਵੀ ਆਪਾਂ ਸੈਮੀਕੋਲਨ ਜਿਹਦੇ ਪਿੱਛੇ ਸੈਮੀਕੋਲਨ ਲੱਗ ਜਾਂਦਾ ਹੈ ਆਪਾਂ ਉਸ ਨੂੰ ਇੱਕ ਸਟੇਟਮੈਂਟ ਬੋਲਦੇ ਹਾਂ। ਇਹ ਕੁਛ ਸਟੇਟਮੈਂਟਸ ਦੇ ਐਗਜ਼ਾਮਪਲ ਨੇ ਵੈਲਿਡ ਅਤੇ ਇਨਵੈਲਿਡ ਸਟੇਟਮੈਂਟਸ ਦੀ। ਜੋ ਵੈਲਿਡ ਸਟੇਟਮੈਂਟਸ ਹੈ ਤੁਸੀਂ ਦੇਖੋਗੇ ਕਿਲੋਮੀਟਰ ਵੇਰੀਏਬਲ ਦੇ ਵਿੱਚ ਇੱਕ ਵੈਲਿਊ ਪਾਈ ਹੈ, ਇਸੇ ਤਰ੍ਹਾਂ ਏਰੀਆ ਦੇ ਵਿੱਚ ਇੱਕ ਵੈਲਿਊ ਪਾਈ ਹੈ, ਇਹ ਵੈਲਿਡ ਸਟੇਟਮੈਂਟਸ ਨੇ। ਹੁਣ ਅੱਗੇ SI ਇਕੁਅਲਸ ਟੂ 400 ਪਾਇਆ, ਇਸ ਦੇ ਵਿੱਚ ਕੀ ਗਲਤੀ ਹੈ ਕਿ ਆਪਾਂ ਵੇਰੀਏਬਲ ਨੇਮ ਦੇ ਵਿੱਚ ਕੋਈ ਸਪੈਸ਼ਲ ਕਰੈਕਟਰ ਨਹੀਂ ਲਿਖ ਸਕਦੇ, ਇਸ ਕਰਕੇ ਡੋਟ ਇੱਥੇ ਨਹੀਂ ਯੂਜ਼ ਕਰ ਸਕਦੇ, ਇਸ ਕਰਕੇ ਇਨਵੈਲਿਡ ਸਟੇਟਮੈਂਟ ਹੈ। ਐਵੇਂ -3 ਵੀ ਇੱਕ ਇਨਵੈਲਿਡ ਸਟੇਟਮੈਂਟ ਹੈ। ਸਟੇਟਮੈਂਟਸ ਤੋਂ ਬਾਅਦ ਸਟੇਟਮੈਂਟ ਬਲੋਕਸ ਕੁਛ ਖਾਸ ਨਹੀਂ ਹੁੰਦੀ ਹੈ। ਇਹਦੇ ਵਿੱਚ ਸਿਰਫ ਆਪਾਂ ਬ੍ਰੈਕਟਸ ਲਗਾ ਦਿੰਦੇ ਹਾਂ, ਜਿਹਦੇ ਨਾਲ ਇੱਕ ਬਲੋਕ ਬਣ ਜਾਂਦਾ ਹੈ, ਉਹਨੂੰ ਆਪਾਂ ਇੱਕ ਸਟੇਟਮੈਂਟ ਬਲੋਕ ਕਹਿੰਦੇ ਹਾਂ। ਜਿਵੇਂ ਇਫ ਕੰਡੀਸ਼ਨ ਦੇ ਵਿੱਚ ਆਪਾਂ ਸਟੇਟਮੈਂਟ ਬਲੋਕ ਯੂਜ਼ ਕਰਦੇ ਹਾਂ ਕਿ ਮਲਟੀਪਲ ਸਟੇਟਮੈਂਟਸ ਇੱਕ ਵਾਰ ਦੇ ਵਿੱਚ ਐਗਜ਼ੀਕਿਊਟ ਹੋਣ, ਐਲਸ ਦੀਆਂ ਜਿਹੜੀਆਂ ਸਟੇਟਮੈਂਟਸ ਉਹ ਇੱਕ ਵਾਰ ਦੇ ਵਿੱਚ ਐਗਜ਼ੀਕਿਊਟ ਹੋਣ, ਇਸ ਨੂੰ ਆਪਾਂ ਸਟੇਟਮੈਂਟ ਬਲੋਕ ਕਹਿ ਦਿੰਦੇ ਹਾਂ। ਅਤੇ ਕੋਂਸਟੈਂਟਸ ਨੂੰ ਆਪਾਂ ਲਿਟਰਲਸ ਨੂੰ ਜੋ ਆਪਾਂ ਇਨਵਰਟਡ ਕੋਮਾ ਦੇ ਵਿੱਚ ਲਿਖਦੇ ਹੁੰਦੇ ਸੀ ਕਰੈਕਟਰਸ, ਉਹ ਵੀ ਲਿਟਰਲਸ ਹੁੰਦੇ ਨੇ। ਕੋਈ ਨੰਬਰ ਜੋ ਸਿੱਧਾ ਲਿਖਿਆ ਹੋਇਆ ਉਹ ਵੀ ਲਿਟਰਲ ਹੁੰਦਾ ਹੈ, ਉਹ ਵੀ ਇੱਕ ਕੋਂਸਟੈਂਟ ਦੀ ਟਾਈਪ ਹੈ।
ਬਾਕੀ ਜੇ ਆਪਾਂ ਵੇਰੀਏਬਲ ਦੇ ਤੌਰ ਤੇ ਕਿਸੇ ਵੇਰੀਏਬਲ ਨੂੰ ਕੌਂਸਟੈਂਟ ਡਿਕਲੇਅਰ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਉਸ ਦੇ ਅੱਗੇ ਇੱਕ ਕੌਂਸਟ ਕੀਵਰਡ ਲਿਖ ਦਿੰਦੇ ਹਾਂ CONST ਇੰਟ ਰੇਡੀਅਸ ਇਕੁਅਲਸ ਟੂ 5। ਇਹਦਾ ਮਤਲਬ ਕਿ ਜੋ ਰੇਡੀਅਸ ਵੇਰੀਏਬਲ ਹੈ ਉਹ ਕੌਂਸਟੈਂਟ ਵੇਰੀਏਬਲ ਹੈ, ਉਹ ਡਿਕਲੇਅਰ ਕਰਤਾ ਅਤੇ ਉਹਦੇ ਵਿੱਚ ਆਪਾਂ ਨੇ 5 ਵੈਲਿਊ ਇਨੀਸ਼ਲਾਈਜ਼ ਕਰਤੀ। ਹੁਣ ਜਦੋਂ ਨੈਕਸਟ ਸਟੇਟਮੈਂਟ ਦੇ ਵਿੱਚ ਆਪਾਂ ਇਹਦੇ ਵਿੱਚ ਰੇਡੀਅਸ ਇਕੁਅਲਸ ਟੂ ਕੁਛ ਹੋਰ ਵੈਲਿਊ ਪਾਵਾਂਗੇ ਤਾਂ ਉਹ ਇਲੀਗਲ ਸਟੇਟਮੈਂਟ ਕਹਿਲਾਈ ਜਾਊਗੀ। ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕੀਤਾ ਹੈ ਡੇਟਾ ਟਾਈਪਸ, ਕੌਂਸਟੈਂਟ ਐਂਡ ਵੇਰੀਏਬਲਸ ਬਾਰੇ। ਆਪਾਂ ਨੈਕਸਟ ਵੀਡੀਓ ਵਿੱਚ ਕੁਛ ਚੀਜ਼ ਜਾਂ ਹੋਰ ਚੀਜ਼ਾਂ ਨੂੰ ਡਿਸਕਸ ਕਰਾਂਗੇ। ਧੰਨਵਾਦ।